ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਲੈ ਕੇ ਮੈਂ ਹਾਂ ਗੁਰਵਿੰਦਰ ਸੰਧੂ। ਮਾਰਦੇ ਹਾਂ ਨਜ਼ਰ ਹੁਣ ਤੱਕ ਦੀਆਂ ਸੁਰਖੀਆਂ ਤੇ। ਬੇਅਦਬੀ ਕਾਰਨ ਰੰਧਾਵਾ ਤੇ ਕੈਪਟਨ 'ਚ ਖਟਾਸ, ਸਿੱਖਾਂ ਖੋਲੀ ਕੈਪਟਨ ਖਿਲਾਫ ਜੰਗ, ਕੀਤਾ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਦਾ ਘਿਰਾਓ। ਸੁਖਬੀਰ ਬਾਦਲ ਦੀ ਪ੍ਰਧਾਨਗੀ ਖਤਰੇ ਵਿੱਚ, ਬਾਦਲਾਂ ਨੂੰ ਹਰਾਉਣ ਲਈ ਪੰਥਕ ਅਕਾਲੀ ਲਹਿਰ ਨੇ ਬਣਾਈ ਰਣਨੀਤੀ। ਸਿੱਧੂ ਖਿਲਾਫ ਕੈਪਟਨ ਦਾ ਪੈਤਰਾ, ਸਿੱਧੂ ਦੇ ਉਪ ਮੁੱਖ ਮੰਤਰੀ ਬਣਨ ਤੇ ਲਟਕੀ ਤਲਵਾਰ। ਰੇਲ ਹਾਦਸੇ ਦੇ ਪੀੜਤਾਂ ਦਾ ਧਰਨਾ ਜਾਰੀ, ਪ੍ਰਦਰਸ਼ਨਕਾਰੀਆਂ ਦੇ ਹੰਝੂਆਂ ਨੇ ਲੋਕਾਂ ਦੀਆਂ ਅੱਖਾਂ ਕੀਤੀਆਂ ਨਮ। ਅਧਿਆਪਕਾਂ ਤੇ ਲਾਠੀਚਾਰਜ ਕਰ ਕਸੂਤੇ ਫਸੇ ਕੈਪਟਨ, ਅਧਿਆਪਕਾਂ ਦੀ ਸਰਕਾਰ ਨੂੰ ਚੇਤਾਵਨੀ। ਗੈਂਗਸਟਰ ਕਾਲੀ ਦੇ ਕਤਲ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ, ਕੀਤੀ ਗ੍ਰਿਫਤਾਰੀ। ਹੁਣ ਖਬਰਾਂ ਵਿਸਥਾਰ ਨਾਲ। ਸੁਖਬੀਰ ਬਾਦਲ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸਮੇਤ ਸਾਰੇ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਵੱਖੋ ਵੱਖਰੇ ਪ੍ਰਤੀਕਰਮ ਆ ਰਹੇ ਨੇ। ਇਸੇ ਲੜੀ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਅਕਾਲੀ ਦਲ ਤੇ ਤਿੱਖੇ ਵਾਰ ਕੀਤੇ। ਬਾਦਲ ਪਰਿਵਾਰ ਨਾਗ ਬਲ ਪਾ ਕੇ ਬੈਠਾ ਅਜਗਰ ਸੱਪ ਦੀ ਤਰ੍ਹਾਂ, ਵੱਡੇ ਵੱਡੇ ਲੀਡਰ ਖਾ ਗਿਆ, ਸਾਹ ਘੁੱਟ ਕੇ ਮਾਰਤੇ ਉਹਨੇ, ਇੱਕ ਪਰਿਵਾਰ ਨੂੰ ਹੀ ਅੱਗੇ ਲੈ ਜਾਂਦਾ। ਆਪ ਤਾਂ ਬਾਦਲ ਸੁੱਖ ਲੈ ਰਿਹਾ ਤੇ ਕੌਮ ਦਾ ਬੇੜਾ ਗਰਕ ਕਰ ਦਿੱਤਾ। ਇਹ ਬੋਲ ਨੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਦੇ, ਜਿਨ੍ਹਾਂ ਨੇ ਬਾਦਲ ਪਰਿਵਾਰ ਖਿਲਾਫ ਤਿੱਖਾ ਹਮਲਾ ਬੋਲਿਆ। ਬਚਾਓ ਬਾਦਲ ਪਰਿਵਾਰ ਜਿਹੜਾ ਨਾਗਵਲ ਪਾ ਕੇ ਬੈਠਾ ਅਜਗਰ ਸੱਪ ਦੀ ਤਰ੍ਹਾਂ, ਵੱਡੇ ਵੱਡੇ ਸਾਡੇ ਲੀਡਰ ਖਾ ਗਿਆ, ਤੋ ਸਾਹ ਘੁੱਟ ਕੇ ਮਾਰਤੇ ਉਹਨੇ ਤੇ ਇੱਕ ਪਰਿਵਾਰ ਨੂੰ ਅੱਗੇ ਲੈ ਜਾਂਦਾ। ਮੈਂ ਮਾਝੇ ਦੇ ਗਣਾ ਤੇ ਲਾਲਪੁਰਾ ਉਬੋ ਕੇ ਸੁਖਜਿੰਦਰ ਸਿੰਘ ਜੀ, ਦੁਆਬੇ ਦੇ ਕੁਲਦੀਪ ਸਿੰਘ ਵਡਾਲਾ, ਟੌੜਾ, ਤਲਵੰਡੀ, ਬਰਨਾਲਾ, ਤੋ ਇਹਨਾਂ ਨੂੰ ਮਾਰ ਕੇ ਤੇ ਲਿਆਂਦਾ ਸਾਲਾ ਪੁੱਤਰ ਦਾ, ਲਿਆਂਦਾ ਜਵਾਈ, ਤੋ ਇਹ ਭਰਾ ਭਤੀਜੇ, ਇਹ ਪਰਿਵਾਰ ਪਾਲ ਕੇ ਤੇ ਜਿਹੜਾ ਹੁਣ ਸੁੱਖ ਲੈ ਰਿਹਾ ਉਹ ਤੁਹਾਡੇ ਸਾਹਮਣੇ ਹੀ ਆ। ਪਰ ਕੌਮ ਦਾ ਜਦੋਂ ਤੋਂ ਸੁਖਬੀਰ ਬਾਦਲ ਨੂੰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ, ਉਦੋਂ ਤੋਂ ਹੀ ਬਾਦਲ ਪਰਿਵਾਰ ਸਭਨਾਂ ਦਾ ਨਿਸ਼ਾਨਾ ਬਣਿਆ ਹੋਇਆ। ਜਿੱਥੇ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਬਾਦਲ ਪਰਿਵਾਰ ਖਿਲਾਫ ਤਿੱਖੀ ਬਿਆਨਬਾਜ਼ੀ ਕੀਤੀ, ਉੱਥੇ ਹੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਸੁਖਬੀਰ ਦੀ ਪ੍ਰਧਾਨਗੀ ਤੇ ਤਿੱਖਾ ਹਮਲਾ ਬੋਲਿਆ। ਜਿਸ ਤੋਂ ਬਾਅਦ ਹੁਣ ਪੰਥਕ ਅਕਾਲੀ ਲਹਿਰ ਵੀ ਬਾਦਲਾਂ ਖਿਲਾਫ ਮੈਦਾਨ 'ਚ ਉਤਰ ਆਈ ਆ, ਜਿਸ ਦੇ ਚੱਲਦਿਆਂ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਧਾਰਮਿਕ ਅਦਾਰਿਆਂ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਉਣ ਲਈ ਪੰਥਕ ਅਕਾਲੀ ਲਹਿਰ ਵੱਲੋਂ ਗੁਰਦਾਸਪੁਰ ਦੇ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਕਾਨਫਰੰਸ ਕੀਤੀ ਗਈ, ਜਿਸ 'ਚ ਜਥੇਦਾਰ ਭਾਈ ਰਣਜੀਤ ਸਿੰਘ, ਪ੍ਰਧਾਨ ਪੰਥਕ ਅਕਾਲੀ ਲਹਿਰ ਅਤੇ ਸੰਤ ਸਮਾਜ ਬਾਬਾ ਦੇ ਸਰਪ੍ਰਸਤ ਸਰਬਜੋਤ ਸਿੰਘ ਬੇਦੀ, ਇਹਨਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਸ਼ਾਮਲ ਹੋਈ। ਦੇਖੋ ਅਕਾਲੀ ਦਲ ਬਾਦਲਾਂ ਨੂੰ ਭਜਾਉਣ ਦੀ ਬੇਨਤੀ ਕਰਨੀ ਚਾਹੀਦੀ ਆ। ਇਸ ਮੌਕੇ ਉਹਨਾਂ ਨੇ ਬਾਦਲ ਪਰਿਵਾਰ ਨੂੰ ਆਪਣੇ ਲਪੇਟੇ 'ਚ ਲੈਂਦਿਆਂ ਤਿੱਖੇ ਵਿਅੰਗਮਈ ਵਾਰ ਕੀਤੇ। ਕੁਦਰਤੀ ਉਹ ਕੁਦਰਤੀ ਉਧਰ ਪਰਿਵਾਰ ਰਹਿ ਜਾਣਾ ਕੱਲਾ, ਉਧਰ ਪੁੱਤਰ ਧੀਆਂ ਰਹਿ ਜਾਣੇ ਆ, ਪੰਥ ਇੱਧਰ ਹੀ ਆਊਗਾ। ਜਿਹੜਾ ਪੰਥਕ ਦਲ ਬਣਿਆ ਤੁਸੀਂ ਉਹਨਾਂ ਦਾ ਸਮਰਥਨ ਕਰਦੇ ਹੋ? ਮੈਂ ਸਮਰਥਨ, ਦੇਖੋ ਜੀ, ਮੈਂ ਤੇ ਕਹਿੰਦਾ ਵੀ ਸਾਰੇ ਜਿੰਨੇ ਵੀ ਦਲ ਹੈਗੇ ਆ ਨਾ, ਉਹ ਮਿਲ ਕੇ ਤੇ ਗੁਰੂ ਦੇ ਸਿੱਖ ਬਣ ਕੇ ਤੇ ਆਪਾਂ ਕਮੇਟੀ ਲੈ ਲਈਏ, ਤੇ ਜਿਹੜੀ ਧਾਰਮਿਕ ਸੇਵਾ ਉਹ ਸਾਨੂੰ ਦੇ ਦਿਓ, ਤੁਸੀਂ ਰਾਜਨੀਤੀ ਆਪਣੀ ਕਰਦੇ ਰਹੋ ਜੀ। ਸਮਰਥਨ ਅਸੀਂ ਤੇ ਮੰਨੀ ਬੈਠੇ। ਸਾਡੀਆਂ 3 ਸੰਸਥਾਵਾਂ ਨੇ, ਅਕਾਲ ਤਖਤ, ਅਕਾਲੀ ਦਲ ਤੇ ਕਮੇਟੀ। ਉਹ ਅਕਾਲੀ ਦਲ ਨੂੰ ਕਮਾਂਡ ਦਿੱਤੀ ਸੀ, ਉਹ ਕਮੇਟੀ ਵੀ ਖਾ ਗਿਆ ਤੇ ਅਕਾਲ ਤਖਤ ਵੀ ਖਾ ਗਿਆ। ਹੁਣ ਤੇ ਸਾਡੇ ਸਾਹਮਣੇ ਇੱਕੋ ਹੀ ਮਸਲਾ ਵੀ ਅਸੀਂ ਆਪਣੇ ਸਿਧਾਂਤ ਕਿਵੇਂ ਬਚਾਉਣੇ। ਰਾਜਨੀਤੀ ਸਾਡਾ ਕੋਈ ਇੰਟਰਸਟ ਹੁੰਦਾ ਤੇ ਮੈਂ ਵੀ ਮਿਨਿਸਟਰ ਆ, ਉਹ ਖਾਦੀ ਕਿਉਂ ਰੱਖਿਆ, ਰਹਿਣ ਹੀ ਨਹੀਂ ਕੁਛ ਦਿੱਤਾ। ਗੋਲਕ ਜਿਹੜੀ ਆ ਇਹ ਤਕਰੀਬਨ ਮੈਨੂੰ ਲੱਗਦਾ ਜਦੋਂ ਤੁਸੀਂ ਇਮਾਨਦਾਰੀ ਨਾਲ ਗਿਣੋਗੇ ਇਹ ਤੋਂ ਡਬਲ ਨਿਕਲੂਗੀ ਜਿੰਨੀ ਅੱਜ ਗਿਣਦੇ ਪਏ। ਤੋ ਗੋਲਕ ਜਿਹੜੀ ਆ ਗਿੰਨੀ ਬੁੱਕ ਦੇ ਵਿੱਚ ਹੀ 1 ਲੱਖ ਬੰਦਾ ਜਿਹੜਾ ਮੱਥਾ ਟੇਕਦਾ, ਕਈ ਸਾਲ ਪਹਿਲਾਂ ਦਾ ਲਿਖਿਆ, ਤੇ ਛੁੱਟੀਆਂ 'ਚ 2 ਲੱਖ ਦੀ ਆਮਦ ਆ, ਤੇ ਇਹ 1.25 ਕਰੋੜ ਦੀ ਰੋਜ਼ ਦੀ ਗੋਲਕ ਹਰਿਮੰਦਰ ਸਾਹਿਬ ਦੀ ਆ। ਤੇ ਹਰਿਮੰਦਰ ਸਾਹਿਬ 'ਚ ਇੱਕ ਨਹੀਂ 3 ਗੋਲਕਾਂ ਤੇ ਅੰਦਰ ਆ, ਤੇ 20 ਗੋਲਕਾਂ ਇਹਦੇ ਕੰਪਲੈਕਸ ਦੇ ਵਿੱਚ ਨੇ, ਹੋਰ ਨੇ। ਇਹ 20 ਗੋਲਕਾਂ ਜਿਹੜੀਆਂ ਰੋਜ਼ ਲੋਕ ਮੱਥਾ ਟੇਕਦੇ ਜਿੱਥੇ, ਉੱਥੇ ਪਈਆਂ ਨੇ। ਤੇ ਇਹ 1.25 ਕਰੋੜ ਘੱਟੋ ਘੱਟ ਮੈਂ ਦੱਸਿਆ ਰੋਜ਼ ਦਾ, 1.25 ਕਰੋੜ ਤੋਂ ਜ਼ਿਆਦਾ ਪ੍ਰਸ਼ਾਦ ਦੀ ਇਨਕਮ ਆ। ਬਾਬਾ ਦੀਪ ਸਿੰਘ ਜੀ ਦੀ ਵੀ ਇੰਨੀ ਆ, ਉਹ ਸ਼ਹੀਦ ਗੰਜ ਦੀ ਵੀ ਤੇ ਪ੍ਰਸ਼ਾਦ ਦੀ ਵੀ। तो 2.5 करोड़ 5 करोड़ तो एक दिन का बन जाता 2 गुरुद्वारियां का।
ਤੇ 78 ਗੁਰਦੁਆਰੇ ਹੋਰ ਨੇ ਜਿਹੜੇ ਸਿੱਧੇ ਹੀ ਪ੍ਰਬੰਧਕ ਕਮੇਟੀ ਦੇ ਅੰਡਰ ਆਉਂਦੇ ਨੇ। ਤੇ 78 ਗੁਰਦੁਆਰਿਆਂ ਤੋਂ 401 ਗੁਰਦੁਆਰਾ ਉਹ ਆ ਜਿਹੜਾ ਇਸ ਤਰ੍ਹਾਂ ਇਤਿਹਾਸਕ ਆ ਪਰ ਲੋਕਲ ਕਮੇਟੀਆਂ ਨੇ, ਪਰ ਇੱਥੋਂ ਦੀ ਗੋਰਕ ਜਿਹੜੀ ਉਹ ਪ੍ਰਬੰਧਕ ਕਮੇਟੀ ਦਾ ਇੰਸਪੈਕਟਰ ਖੋਲ੍ਹਦਾ। ਇਹ ਦਸਵੰਧ ਲੈ ਕੇ ਜਾਂਦੇ, ਇਹ ਕਿੱਥੇ ਜਾਂਦਾ? 401 ਗੁਰਦੁਆਰੇ ਦਾ 20,000 ਏਕੜ ਜ਼ਮੀਨਾਂ ਦੀ ਆਮਦਨ ਕਿੱਥੇ ਜਾਂਦੀ ਆ? ਮਾਰਕੀਟਾਂ ਦੇ ਕਿਰਾਏ ਕਿੱਥੇ ਜਾਂਦੇ ਨੇ? ਜਿਹੜੀ ਡੋਨੇਸ਼ਨ ਆਉਂਦੀ ਉਹ ਕਿੱਥੇ ਜਾਂਦੀ ਆ? ਤੇ ਫਿਰ ਇਹ ਕਹਿੰਦੇ ਸਾਡਾ ਬਚਿਆ ਕੁਛ ਨਹੀਂ ਗਾ। ਤੋ ਇਹ ਕੋਈ ਮੰਨ ਸਕਦਾ ਇਸ ਗੱਲ ਨੂੰ? ਤੇ ਸਾਡੇ ਈਸਾਈ ਭਰਾ ਨੇ, ਉਹਨਾਂ ਦੇ ਗਿਰਜੇ ਇੱਥੇ ਮੱਥਾ ਟੇਕਦੇ ਨੇ। ਜਿਹੜੇ ਗਿਰਜੇ ਚੱਲਦੇ ਨੇ ਇੱਥੇ, ਗਿਰਜਿਆਂ ਦੇ ਵਿੱਚ ਆਮਦਨ ਆਉਂਦੀ ਆ, ਉਹ ਆਪਣੀ ਕਮਾਈ ਵੀ ਕਰਦੇ ਆ, ਬੱਚਿਆਂ ਨੂੰ ਵੀ ਪੜ੍ਹਾਉਂਦੇ ਆ। ਤੋ ਸਾਡੇ ਪੰਜਾਬ ਦੀ ਬਾਰਡਰ ਬੈਲਟ ਤੇ ਸਿੱਖ ਬੱਚਿਆਂ ਨੂੰ ਵੀ ਵਜ਼ੀਫੇ ਵੀ ਦਿੰਦੇ ਆ, ਪੜ੍ਹਾਈ ਲਈ ਫੀਸਾਂ ਵੀ ਮਾਫ ਕਰਦੇ ਆ। ਤੋ ਸਾਡੀ ਢਿੱਡ ਪੀੜ ਹੁੰਦੀ ਹੈ ਕਿ ਸਾਡਾ ਧਰਮ ਬਦਲਿਆ। ਸੱਤਾ ਹਾਸਲ ਕਰਨ ਲਈ ਵੱਡੇ ਦਾਅਵਿਆਂ ਦੀ ਝੜੀ ਲਗਾਉਣ ਵਾਲੀ ਕੈਪਟਨ ਸਰਕਾਰ ਲਈ ਮੁਸੀਬਤ ਵਧਦੀ ਜਾ ਰਹੀ ਹੈ। ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਇਨਸਾਫ ਨਾ ਮਿਲਣ ਨੂੰ ਲੈ ਕੇ ਸਿੱਖ ਸੰਗਤ ਨੇ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਠੀ ਦਾ ਘਿਰਾਓ ਕੀਤਾ ਸੀ ਤੇ ਹੁਣ ਸੰਗਤ ਨੇ ਤ੍ਰਿਪਤ ਰਜਿੰਦਰ ਬਾਜਵਾ ਦੀ ਰਿਹਾਇਸ਼ ਦੇ ਬਾਹਰ ਡੇਰਾ ਲਗਾ ਲਿਆ। ਗੋਲੀकांड ਅਤੇ ਬੇਅਦਬੀ ਮਾਮਲਿਆਂ 'ਚ ਲੰਮੇ ਸਮੇਂ ਤੋਂ ਸਿੱਖ ਸੰਗਤ ਇਨਸਾਫ ਲਈ ਜੱਦੋ ਜਹਿਦ ਕਰ ਰਹੀ ਆ, ਪਰ ਹਲੇ ਤੱਕ ਇਨਸਾਫ ਤਾਂ ਕੀ ਮਿਲਣਾ ਸੀ। ਇਨਸਾਫ ਦੀ ਕੋਈ ਕਿਰਨ ਵੀ ਸਾਹਮਣੇ ਨਹੀਂ ਆਈ, ਜਿਸ ਕਾਰਨ ਸੰਗਤ ਦਾ ਰੋਸ ਤੇਜ਼ ਹੁੰਦਾ ਜਾ ਰਿਹਾ। ਹਾਲਾਂਕਿ ਵੋਟਾਂ ਦੇ ਲਾਲਚ 'ਚ ਕੈਪਟਨ ਸਰਕਾਰ ਨੇ ਇਸ ਮਾਮਲੇ ਨੂੰ ਲੈ ਕੇ ਦਾਅਵੇ ਤਾਂ ਬਹੁਤ ਕੀਤੇ ਸੀ, ਪਰ ਬਾਦਿਆਂ ਵਾਂਗ ਕੈਪਟਨ ਸਾਹਿਬ ਦੇ ਦਾਅਵੇ ਵੀ ਹਲੇ ਤੱਕ ਤਾਂ ਫੋਕੇ ਹੀ ਨਜ਼ਰ ਆਏ ਨੇ, ਜਿਸ ਦੇ ਚੱਲਦੇ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਵੱਲੋਂ ਬੀਤੇ ਹਫ਼ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਘਰ ਦਾ ਘਿਰਾਓ ਕੀਤਾ ਗਿਆ ਸੀ, ਜਿੱਥੇ ਰੰਧਾਵਾ ਸਾਹਿਬ ਖੁਦ ਵੀ ਧਰਨੇ ਦਾ ਹਿੱਸਾ ਬਣੇ ਸੀ ਅਤੇ ਆਪਣੀ ਗਲਤੀ ਕਬੂਲ ਕੀਤੀ ਸੀ। ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਸਿੱਖਾਂ ਵੱਲੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਬਾਹਰ ਬਰਗਾੜੀ ਕਾਂਡ ਅਤੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਕਾਂਗਰਸ ਸਰਕਾਰ ਖਿਲਾਫ ਸ਼ਾਂਤਮਈ ਰੋਸ ਨਮਾਇਸ਼ ਕਰਦੇ ਹੋਏ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਹਾਲਾਂਕਿ ਬਾਜਵਾ ਸਾਹਿਬ ਘਰ ਨਾ ਹੋਣ ਕਰਕੇ ਸੰਗਤ ਦੇ ਰੂਬਰੂ ਨਹੀਂ ਹੋ ਪਾਏ। ਦੇਖੋ ਅਸੀਂ ਇਹਨਾਂ ਦੇ ਕੀਤੇ ਹੋਏ ਵਾਅਦੇ ਯਾਦ ਕਰਾਉਣਾ ਚਾਹੁੰਦੇ ਹਾਂ। ਅਸੀਂ ਪਹਿਲਾਂ ਐਲਾਨ ਕੀਤਾ ਸੀ ਕਿ ਪੰਜਾਬ ਦੇ ਉਹ ਮੰਤਰੀ ਤੇ ਐਮਐਲਏ ਜਿਨ੍ਹਾਂ ਨੇ ਜਜ਼ਬਾਤੀ ਭਾਸ਼ਣ ਦੇ ਕੇ ਪੰਜਾਬ ਦੀਆਂ ਵਿਧਾਨ ਸਭਾ 2017 ਤੇ 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਇਹਦੇ ਵਿੱਚ ਫਾਇਦਾ ਲਿਆ ਹੈ ਬਰਗਾੜੀ ਬਹਿਬਲ ਕਲਾਂ ਦੇ ਮੁੱਦੇ ਦੇ ਉੱਤੇ, ਖਾਸ ਕਰਕੇ ਸਿੱਖ ਵੋਟਾਂ ਨੂੰ ਠੱਗਿਆ, ਸਿੱਖ ਵੋਟਰਾਂ ਨੂੰ। ਤੇ ਇਹ ਜਿਹੜੇ 5 ਸਵਾਲ ਅਸੀਂ ਇਹਨਾਂ ਦੇ ਮੂਹਰੇ ਅੱਜ ਖੜੇ ਕੀਤੇ ਨੇ। ਇਸ ਤੋਂ ਪਹਿਲਾਂ ਸੁਖਜਿੰਦਰ ਰੰਧਾਵਾ ਨੂੰ ਪੁੱਛੇ ਸੀ, ਉਹਨਾਂ ਨੇ ਜਵਾਬ ਮੌਕੇ ਤੇ ਦਿੱਤੇ ਸੀ, ਪਰ ਅੱਜ ਬਾਜਵਾ ਸਾਹਿਬ ਆਪਣੇ ਘਰ ਨਾ ਹੋਣ ਕਰਕੇ ਜਵਾਬ ਨਹੀਂ ਦੇ ਸਕੇ। ਅਸੀਂ ਚਾਹੁੰਦੇ ਹਾਂ ਕਿ ਮੀਡੀਆ ਰਾਹੀਂ ਉਹ 5 ਸਵਾਲਾਂ ਦੇ ਜਵਾਬ ਦੇਣ ਕਿ ਅੱਜ ਇਹਨਾਂ ਦੀ ਸਰਕਾਰ ਦੇ 3 ਸਾਲ ਬੀਤ ਚੁੱਕੇ ਨੇ। ਤੁਸੀਂ 5 ਵਾਅਦੇ ਕੀਤੇ ਸੀ। ਪਹਿਲਾਂ ਬਹਿਬਲ ਕਲਾਂ ਦੇ ਉੱਤੇ ਸਿਰਫ ਤੁਹਾਡੀ ਸਿੱਟ ਦਾ ਇੱਕੋ ਹੀ ਅਫਸਰ ਕੰਮ ਕਰ ਰਿਹਾ, ਬਾਕੀ ਸਾਰੇ ਅਫਸਰ ਆਪਣੇ ਆਪ ਨੂੰ ਸਿੱਟ ਤੋਂ ਅਲੱਗ ਕਰਕੇ ਬੈਠੇ ਹੋਏ ਨੇ ਔਰ ਉਹਦੇ ਜਿਹੜੇ ਮਾਸਟਰ ਮਾਈਂਡ ਨੇ ਔਰ ਗੋਲੀਆਂ ਚਲਾਉਣ ਦੇ ਆਰਡਰ ਦੇਣ ਵਾਲੇ ਅੱਜ ਵੀ ਤੁਹਾਡੀ ਜਾਂਚ ਦੇ ਘੇਰੇ ਤੋਂ ਬਾਹਰ ਨੇ। ਦੂਸਰਾ ਬਰਗਾੜੀ, ਜਿਹਦੇ ਵਿੱਚ ਮਾਸਟਰ ਮਾਈਂਡ ਰਾਮ ਰਹੀਮ ਤੇ ਹੋਰ ਜਿਹੜੇ ਬਾਕੀ ਦੋਸ਼ੀ ਆ ਜਿਨ੍ਹਾਂ ਨੇ ਬੇਦਬੀ ਕਰਵਾਈ ਔਰ ਜਿਨ੍ਹਾਂ ਨੇ ਬੇਦਬੀ ਕਰਵਾਉਣ ਵਾਲਿਆਂ ਨੂੰ ਸ਼ਹਿ ਦਿੱਤੀ। ਇਸੇ ਮੰਤਰੀ ਬਾਜਵਾ ਸਾਹਿਬ ਨੇ ਕਿਹਾ ਸੀ ਕਿ ਅਸੀਂ ਇਹਨਾਂ ਸਾਰਿਆਂ ਨੂੰ ਸਜ਼ਾ ਦੇਵਾਂਗੇ ਔਰ ਇਨਸਾਫ ਕਰਾਂਗੇ। ਅੱਜ ਉਹ ਜਾਂਚ ਜਿਹੜੀ ਹੈ ਉਹ ਕਿੱਥੇ ਪਹੁੰਚੀ ਹੈ? ਤੁਹਾਡੀ ਜਾਂਚ ਦੀਆਂ ਫਾਈਲਾਂ CBI ਦੇ ਕੋਲ ਰੁਲ ਰਹੀਆਂ ਨੇ। ਹਾਲੇ ਤੱਕ 16 ਮਹੀਨੇ ਬੀਤਣ ਦੇ ਬਾਵਜੂਦ ਵਾਅਦਾ ਕਰਕੇ ਵੀ ਤੁਸੀਂ CBI ਤੋਂ ਕੇਸ ਵਾਪਸ ਨਹੀਂ ਲੈ ਸਕੇ। ਤੁਸੀਂ ਅੱਤਵਾਦ ਦਾ ਰੌਲਾ ਪਾਉਂਦੇ ਹੋ ਕਿ ਪੰਜਾਬ ਦੇ ਵਿੱਚ ਅੱਤਵਾਦ ਨਹੀਂ ਵਧਣ ਦਿਆਂਗੇ, ਪਰ ਸਾਡੀ ਨਜ਼ਰ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਪੰਜਾਬ 'ਚ ਹੋਇਆ ਅੱਤਵਾਦੀ ਹਮਲਾ ਮੌੜ ਬੰਬ ਧਮਾਕੇ ਦੀ ਜਾਂਚ, ਜਦੋਂ ਤੁਹਾਡੀ ਸਿੱਟ ਦੋਸ਼ੀਆਂ ਦੀ ਬਰੂਹਾਂ ਤੱਕ ਪਹੁੰਚ ਚੁੱਕੀ ਹੈ, ਤੁਸੀਂ ਉਸ ਦੀ ਜਾਂਚ ਜਿਹੜੀ ਆ ਜਾਣ ਬੁੱਝ ਕੇ ਠੱਪ ਕਰਕੇ ਬੈਠੇ ਹੋ, ਦੋਸ਼ੀਆਂ ਨਾਲ ਰਲੇ ਹੋਏ ਹੋ। ਔਰ ਸਭ ਤੋਂ ਵੱਡੀ ਗੱਲ 2007 ਦਾ ਕੇਸ ਜਿਹੜਾ ਇੱਕ ਵੱਡਾ ਕਾਰਨ ਹੈ ਔਰ ਤੁਹਾਡੀ ਸਿੱਟ ਨੇ ਵੀ ਮੰਨਿਆ ਕਿ ਜੇ ਉਸ ਕੇਸ ਵਿੱਚ ਸਜ਼ਾ ਹੋਈ ਹੁੰਦੀ ਤਾਂ ਬਰਗਾੜੀ ਦੀ ਬੇਦਬੀ ਹੋਣੀ ਨਹੀਂ ਸੀ। 2007 ਵਾਲਾ ਕੇਸ ਰੀਓਪਨ ਕਰਨ ਲਈ ਤੁਸੀਂ ਹੁਣ ਤੱਕ ਕੀ ਕੀਤਾ? ਇਹਨਾਂ ਸਵਾਲਾਂ ਦੇ ਜਵਾਬ ਤੁਹਾਨੂੰ ਦੇਣੇ ਪੈਣ।
इस मौके अलायंस आप सिख आर्गेनाइजेशन ਵੱਲੋਂ मौके ਦੀ ਸਰਕਾਰ ਤੇ ਤਿੱਖਾ ਹਮਲਾ ਬੋਲਦਿਆਂ ਗੰਭੀਰ ਦੋਸ਼ ਲਗਾਏ ਗਏ ਨੇ। ਜਿਹੜੇ ਪਹਿਲਾ ਸਾਡਾ ਪ੍ਰੋਟੈਸਟ ਸੀਗਾ ਉਹਦੇ ਵਿੱਚ ਤਾਂ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਸਾਨੂੰ ਆਪ ਮਿਲੇ ਸੀ ਤੇ ਉਹਨਾਂ ਨੇ ਆਪਣੇ ਉਹੀ ਵਚਨਬੱਧਤਾ ਜਿਹੜੀ ਖੜੇ ਹੋ ਕੇ ਬੋਲੀ ਸੀ ਉਹੀ ਉਹਨਾਂ ਨੇ ਕਹੀ ਆ ਵੀ ਹਾਂ ਅਸੀਂ ਇਹਦੇ ਤੇ ਹਜੇ ਵੀ ਵਚਨਬੱਧ ਹਾਂ ਔਰ ਅਸੀਂ ਕਰਾਂਗੇ, ਐਕਸ਼ਨ ਲਵਾਂਗੇ। ਅਸੀਂ ਉਹਨਾਂ ਨੂੰ ਉਦੋਂ ਵੀ ਕਿਹਾ ਸੀਗਾ ਕਿ ਅਸੀਂ ਹੁਣ ਬੋਲਾਂ ਤੇ ਯਕੀਨ ਨਹੀਂ ਕਰਦੇ, ਅਸੀਂ ਐਕਸ਼ਨ ਤੇ ਯਕੀਨ ਕਰਾਂਗੇ, ਦੇਖਦੇ ਹਾਂ ਕਿ ਸਰਕਾਰ ਕੀ ਕਰਦੀ ਹੈ। ਔਰ ਦੂਸਰਾ ਜਿਹੜਾ ਹੈਗਾ ਅੱਜ ਜਦੋਂ ਅਸੀਂ ਆਏ ਹੈਗੇ ਆ ਇੱਥੇ ਤ੍ਰਿਪਤਿੰਦਰਪਾਲ ਸਿੰਘ ਬਾਜਵਾ ਦੇ ਘਰੇ, ਉਹ ਅੱਜ ਸਾਨੂੰ ਮਿਲੇ ਨਹੀਂ ਹੈ, ਪਰ ਹਾਂ ਉਹਨਾਂ ਦੇ ਕੁਝ ਨੁਮਾਇੰਦੇ ਸੀਗੇ, ਉਹਨਾਂ ਨੇ ਸਾਡੇ ਕੋਲੋਂ ਜਿਹੜਾ ਹੈਗਾ ਆ ਸਾਡੀ ਗੱਲ ਨੂੰ ਸੁਣਿਆ ਹੈ। ਦੇਖਦੇ ਹਾਂ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਅੱਗੇ ਕੀ ਕਰਦੀਆਂ ਔਰ ਅਸੀਂ ਸਿਰਫ ਤੇ ਸਿਰਫ ਇਹਨਾਂ ਨੂੰ ਯਾਦ ਕਰਾਉਣ ਆਏ ਹਾਂ। ਇਹਨਾਂ ਦੇ ਐਕਸ਼ਨ ਤੇ ਦੇਖਾਂਗੇ ਕੀ ਕਰਦੇ। ਕੀ ਸਟੈਪ ਕੀ ਰਹੇਗਾ ਅੱਗੇ? ਅਗਲਾ ਸਟੈਪ ਤੇ ਹਜੇ ਸਾਡੀ ਇਹ ਲੜੀ ਜਿਹੜੀ ਹੈਗੀ ਕੰਟੀਨਿਊ ਰਹੇਗੀ। ਇਸ ਤੋਂ ਅਗਲਾ ਸਟੈਪ ਸਾਡਾ ਚਰਨਜੀਤ ਸਿੰਘ ਚੰਨੀ ਦੇ ਘਰੇ ਅਸੀਂ ਜਾਵਾਂਗੇ, ਫਿਰ ਜਿਹੜਾ ਹੈਗਾ ਮਨਪ੍ਰੀਤ ਸਿੰਘ ਬਾਦਲ ਦੇ ਘਰ ਦੇ ਬਾਹਰ ਵੀ ਕਰਾਂਗੇ ਪ੍ਰੋਟੈਸਟ ਔਰ ਅਗਲਾ ਜਿੱਦਾਂ ਹੈਗਾ ਲੜੀ ਨੂੰ ਕੰਟੀਨਿਊ ਰੱਖਾਂਗੇ, ਖਾਸ ਕਰਕੇ ਉਹਨਾਂ ਮੰਤਰੀਆਂ ਦੇ ਘਰਾਂ ਦੇ ਬਾਹਰ ਜਿਨ੍ਹਾਂ ਨੇ ਇਸ ਮੁੱਦੇ ਨੂੰ ਬਹੁਤ ਉਛਾਲਿਆ ਸੀ ਵੋਟਾਂ ਦੇ ਟਾਈਮ ਦੇ ਉੱਤੇ। ਸਾਨੂੰ ਲੱਗਦਾ ਕਿ ਸ਼ਾਇਦ ਇਹਨਾਂ ਦਾ ਕੋਈ ਵੋਟਾਂ ਲੈਣ ਦਾ ਸਟੰਟ ਸੀਗਾ। ਅਸੀਂ ਇਹਨਾਂ ਨੂੰ ਜਵਾਬ ਤਲਬ ਵੀ ਕਰਦੇ ਹਾਂ ਪੰਥ ਦੇ ਵੱਲੋਂ ਇਹਨਾਂ ਨੂੰ ਕਿ ਇਹਨਾਂ ਨੇ ਕੀ ਇਹਨਾਂ ਦਾ ਉਹ ਵੋਟਿੰਗ ਲੈਣ ਦਾ ਸਟੰਟ ਸੀ ਜਾਂ ਵਾਕਈ ਇਹਨਾਂ ਦੇ ਅੰਦਰ ਕੋਈ ਪੰਥ ਦਰਦ ਹੈ ਕਿ ਇਹਦੇ ਉੱਤੇ ਕੋਈ ਐਕਸ਼ਨ ਲੈਣਗੇ ਜਾਂ ਨਹੀਂ ਲੈਣਗੇ। ਲਗਾਤਾਰ ਸੁਰਖੀਆਂ ਵਿੱਚ ਬਣੇ ਰਹਿਣ ਵਾਲੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਚਰਚੇ ਇੱਕ ਵਾਰ ਫਿਰ ਆਮ ਹੋ ਗਏ ਨੇ। ਇਸ ਵਾਰ ਚਰਚੇ ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਨੂੰ ਲੈ ਕੇ ਜ਼ੋਰ ਫੜ ਰਹੇ ਹਨ, ਜੋ ਕੈਪਟਨ ਸਾਹਿਬ ਨੂੰ ਹਜ਼ਮ ਨਹੀਂ ਹੋ ਰਿਹਾ, ਜਿਸ ਨੂੰ ਲੈ ਕੇ ਕੈਪਟਨ ਨੇ ਹਾਈ ਕਮਾਨ ਖਿਲਾਫ ਝੰਡਾ ਚੁੱਕ ਲਿਆ। ਬੀਤੇ ਦਿਨੀ ਕਾਂਗਰਸ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਭਾਰਤ ਬਚਾਓ ਰੈਲੀ ਦਾ ਆਯੋਜਨ ਕੀਤਾ ਸੀ। ਰੈਲੀ ਵਿੱਚ ਸਾਰੇ ਕਾਂਗਰਸੀ ਮੁੱਖ ਮੰਤਰੀ ਪਹੁੰਚੇ ਸਨ, ਸਿਵਾਏ ਕੈਪਟਨ ਦੇ। ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਕੈਪਟਨ ਅਤੇ ਕਾਂਗਰਸ ਹਾਈ ਕਮਾਨ ਵਿੱਚ ਕੋਈ ਨਾ ਕੋਈ ਮਤਭੇਦ ਜ਼ਰੂਰ ਹੈ। ਦਰਅਸਲ ਸੂਬੇ ਅੰਦਰ ਉਪ ਮੁੱਖ ਮੰਤਰੀ ਬਣਾਏ ਜਾਣ ਦੀ ਚਰਚਾ ਹੋ ਰਹੀ ਹੈ। ਅਜਿਹੇ ਵਿੱਚ ਸਿੱਧੂ ਦਾ ਨਾਂ ਉਪ ਮੁੱਖ ਮੰਤਰੀ ਬਣਨ ਵਜੋਂ ਸਭ ਤੋਂ ਮੂਹਰੇ ਆ ਰਿਹਾ ਹੈ। ਰੈਲੀ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਲੀਡਰ ਪਹੁੰਚੇ ਸਨ, ਪਰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਦੀ ਰੈਲੀ ਤੋਂ ਦੂਰੀ ਬਣਾਏ ਰੱਖਣਾ ਵੱਡੇ ਧਮਾਕੇ ਵੱਲ ਇਸ਼ਾਰਾ ਕਰ ਰਹੀ ਹੈ। ਹਾਲਾਂਕਿ ਆਪਣੀ ਕੈਬਨਿਟ ਮੰਤਰੀ ਦੀ ਕੁਰਸੀ ਖੁੱਸਣ ਦੇ ਚੱਲਦੇ ਸਿੱਧੂ ਨਾਰਾਜ਼ ਹੋ ਗਏ ਸਨ, ਪਰ ਕੈਪਟਨ ਨਹੀਂ ਪਹੁੰਚੇ ਤਾਂ ਸਵਾਲ ਬੰਦ ਆਏ। ਸੂਬੇ ਵਿੱਚ ਉਪ ਮੁੱਖ ਮੰਤਰੀ ਦੀ ਦੌੜ ਵੱਧ ਚੁੱਕੀ ਹੈ। ਰਾਜਾ ਵੜਿੰਗ ਅਤੇ ਸੁਨੀਲ ਜਾਖੜ ਪਹਿਲਾਂ ਹੀ ਸਰਕਾਰ ਦੀ ਨਾਕਾਮੀ ਮੰਨ ਚੁੱਕੇ ਹਨ। इन्ना ही नहीं, कैबिनेट मंत्री सुखजिंदर सिंह रंधावा भी बेअदबी के दोषियों खिलाफ कार्रवाई ना किए जाने तो बेहद खफा नज़र आ रहे ने ते उन्हां भी अपनी सरकार नूं जिम्मेवार दस्सिया सी। ਤੁਹਾਨੂੰ ਦੱਸ ਦਈਏ ਕਿ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਪੂਰੇ ਦੇਸ਼ ਵਿੱਚ ਹੜਕੰਪ ਮਚਿਆ ਹੈ ਤੇ ਅਜਿਹੇ ਵਿੱਚ ਕਾਂਗਰਸ ਦੀ ਰੈਲੀ ਵਿੱਚ ਵੱਡੀ ਗਿਣਤੀ ਇਕੱਠ ਹੋਵੇ ਤੇ ਸੂਬੇ ਦੇ ਮੁੱਖ ਮੰਤਰੀ ਨਾ ਪਹੁੰਚਣ, ਇਹ ਗੱਲ ਹਜ਼ਮ ਨਹੀਂ ਹੁੰਦੀ। ਹਾਲਾਂਕਿ ਕੈਪਟਨ ਨੇ ਹਵਾਲਾ ਦਿੱਤਾ ਕਿ ਉਹਨਾਂ ਦਾ ਚਾਪਰ ਮੌਸਮ ਖਰਾਬ ਹੋਣ ਦੇ ਚੱਲਦੇ ਉਡਾਰੀ ਨਹੀਂ ਮਾਰ ਸਕਿਆ ਤਾਂ ਉਹ ਰੈਲੀ ਵਿੱਚ ਨਹੀਂ ਪਹੁੰਚ ਸਕੇ, ਜਦਕਿ ਦੇਸ਼ ਦੇ ਕੋਨੇ-ਕੋਨੇ ਤੋਂ ਕਾਂਗਰਸੀ ਰੈਲੀ ਵਿੱਚ ਪਹੁੰਚੇ ਸਨ। ਉਧਰ ਰੇਲ ਹਾਦਸੇ ਦੇ ਪੀੜਤਾਂ ਦਾ ਰੋਸ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਪੀੜਿਤ ਪਰਿਵਾਰ ਲਗਾਤਾਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਹਨ, ਜਿਨ੍ਹਾਂ ਦੀ ਸਾਰ ਲੈਣ ਲਈ ਹੁਣ ਤੱਕ ਕੋਈ ਵੀ ਸਰਕਾਰੀ ਜਾਂ ਸਿਆਸੀ ਦਲ ਨਹੀਂ ਪਹੁੰਚਾ। आए दिन किसी ना किसी वर्ग वालों कैप्टन साहब खिलाफ पिट स्यापा किया जाता। रोजाना कैप्टन सरकार मुर्दाबाद दे नारे गूंजना आम गल हो चुकी है। लंबे समय तो अनेका धरने लगे ते कुछ कु हले तक भी जारी ने, पर मौके दे हालात बयान करते ने कि कैप्टन साहब अते उन्हां दे लीडरां नूं इन्हां धरनियां तो रता भी फर्क नहीं पैंदा। हालांकि यह भी जग जाहिर हो चुकिया कि धरनियां दा कारण भी कैप्टन साहब दे मूहों निकले दावे अते वादे ने।
ਉਹ ਵਾਅਦੇ ਜੋ ਕੀਤੇ ਤਾਂ ਜਾਂਦੇ ਨੇ ਪਰ ਪੂਰੇ ਕਦੇ ਨਹੀਂ ਹੁੰਦੇ। ਨਾ ਤਾਂ ਲੋਕਾਂ ਦੀ ਸਰਕਾਰ ਤੋਂ ਆਸ ਦਾ ਬੰਨ ਟੁੱਟਦਾ ਅਤੇ ਨਾ ਹੀ ਸਰਕਾਰ ਆਪਣੀ ਕੁੰਭਕਰਨੀ ਨੀਂਦ ਤੋੜਦੀ ਆ। ਅਜਿਹਾ ਹੀ ਇੱਕ ਧਰਨਾ ਬੀਤੇ 7-8 ਦਿਨਾਂ ਤੋਂ ਅੰਮ੍ਰਿਤਸਰ ਰੇਲਵੇ ਟਰੈਕ ਹਾਦਸੇ ਦੇ ਪੀੜਤ ਪਰਿਵਾਰਾਂ ਦਾ ਚੱਲ ਰਿਹਾ, ਪਰ ਹਾਲੇ ਤੱਕ ਕੈਪਟਨ ਸਾਹਿਬ ਜਾਂ ਉਹਨਾਂ ਦੇ ਕਿਸੇ ਵੀ ਲੀਡਰ ਵੱਲੋਂ ਇਹਨਾਂ ਦੀ ਸਾਰ ਨਹੀਂ ਲਈ ਗਈ, ਜਿਸ ਦੇ ਚੱਲਦਿਆਂ ਬੀਤੇ ਕੱਲ ਪ੍ਰਦਰਸ਼ਨਕਾਰੀਆਂ ਵੱਲੋਂ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਤੋਂ ਭੰਡਾਰੀ ਪੁਲ ਤੱਕ ਇੱਕ ਰੋਸ ਮਾਰਚ ਕੱਢਿਆ ਗਿਆ, ਜਿਸ ਵਿੱਚ ਔਰਤਾਂ, ਬੱਚੇ, ਬਜ਼ੁਰਗ ਅਤੇ ਨੌਜਵਾਨ ਸ਼ਾਮਲ ਹੋਏ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਆਪਣੀ ਛਾਤੀ ਪਿੱਟ ਸਰਕਾਰ ਖਿਲਾਫ ਭੜਾਸ ਕੱਢੀ। देखो मुर्दाबाद मुर्दाबाद कैप्टन सरकार मुर्दाबाद 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 पंजाब सरकार मुर्दाबाद कैप्टन सरकार हाय 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 कैप्टन सरकार मुर्दाबाद मुर्दाबाद मुर्दाबाद। दस दईए कि बीते साल दुशहरे मौके अमृतसर च होए रेल ट्रैक हादसे ने काफी लोकां नूं अपना शिकार बना लिया सी, जिस तों बाद पीड़ित परिवारां नाल नौकरी, बच्चियां दी पढ़ाई वर्गे अनेकां वादे अते दावे कैप्टन साहब ਅਤੇ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਸੀ, ਪਰ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਹੁਣ ਤੱਕ ਕਿਸੇ ਨੇ ਇਹਨਾਂ ਦੀ ਸਾਰ ਨਹੀਂ ਲਈ, ਜਿਸ ਦੇ ਚੱਲਦਿਆਂ ਰੋਸ 'ਚ ਪੀੜਤ ਪਰਿਵਾਰ ਬੀਤੇ ਇੱਕ ਹਫ਼ਤੇ ਤੋਂ ਨੁਮਾਇਸ਼ ਕਰ ਰਹੇ ਨੇ, ਪਰ ਫਿਰ ਵੀ ਸਰਕਾਰ ਦਾ ਕੋਈ ਨੁਮਾਇੰਦਾ ਇਹਨਾਂ ਕੋਲ ਨਹੀਂ ਪਹੁੰਚਿਆ। ਹਾਲਾਂਕਿ ਬੀਤੇ ਦਿਨ ਇੱਕ ਸਰਕਾਰੀ ਮੁਲਾਜ਼ਮ ਵੱਲੋਂ ਇਹਨਾਂ ਨਾਲ ਇੱਕ ਭੱਦਾ ਮਜ਼ਾਕ ਜ਼ਰੂਰ ਕੀਤਾ ਗਿਆ ਸੀ। ਜੀ ਹਾਂ, ਬੀਤੀ 13 ਤਰੀਕ ਨੂੰ ਏਡੀਸੀ ਹਿਮਾਂਸ਼ੂ ਅਗਰਵਾਲ ਵੱਲੋਂ ਪੀੜਤ ਪਰਿਵਾਰਾਂ ਨੂੰ ਆਪਣੇ ਦਫ਼ਤਰ ਬੁਲਾ ਕੇ मात्र 7000 रुपए की प्राइवेट नौकरी का फार्म भरन लई जरूर कहा गया सी, जो कि पीड़ित परिवारां ने एक मजाक दस के छड़ दिता अते धरना जारी रखने की गल कह दी। इस मौके एक पीड़िता ने हंझुआं नाल भरियां अखां नाल अपना पक्ष मीडिया सामने रखिया। देखो जी अपना नाम दसो ते अज जिहड़ा तुसीं मार्च रोस मार्च कड्ढण दे ਉਹਦੇ बारे दसो। आज 7 दिन हो गए तुहानूं बैठिਆਂ नूं, की है अज की पोजीशन है जी? पोजीशन कुछ नहीं है हम लोगों को। मेरा नाम अरुणा है, मेरे पति थे, मेरे देवर की मौत हुई है इस हादसे में। मेरे बच्चे पढ़ने निकले वाले थे तो आज सड़कों पर आकर बैठे। आज हमारे दिल से पूछो कि हम लोग के ऊपर क्या बीत रही है। सरकार की तरफ से मिला? चाहे सरकार की तरफ से नहीं मिला ना, हमने उनसे मांगा था, जो उन्होंने वादे करे सिर्फ हम वही कहते थे पूरे कर दो। हमारे बच्चों को सड़क पर लाकर बिठा दिया। आज हमारी आत्माएं रो रही है, भगवान करे वो भी सब यहीं पर आकर सड़क पर बैठ जाए। आज हमारे बच्चे सड़क पर बिठा के आप क्या आपकी क्या मांग है? कब तक? हमारी मांग यही थी कि सिर्फ हम अपने बच्चों को चाहते हैं, हमारे सिर पर कोई कमाने वाला नहीं है, हमारे बच्चों को जॉब दी जाए, काम करने लगे। हम उनसे ये नहीं कह रहे कि हमें वो बैठा के खिलाए, हम खुद अपने हाथ पैर चला के काम कर लेंगे, हमें वो काम दे बस, और कुछ नहीं हम चाहते हैं उनसे। और कुछ नहीं मांग रहे हैं कि उनसे बिल्डिंगें मांग रहे हैं, पैसा मांग रहे हैं, कुछ नहीं मांग रहे। हमारे बच्चों को काम दिया जाए, ये आगे काम कर सके, जब बुजुर्ग आएंगे उनको उनके लिए कुछ सहारा करा जाए उनसे, और कुछ नहीं मांग रहे हम लोग आएंगे। अब आप क्या सोच के बैठे हैं? पता नहीं हम लोग, कोई पता नहीं है कब तक बैठ सकते हैं, शायद कुछ और भी इससे भी बुरा हो सकता है, कुछ भी कर सकते हैं। इस टाइम हम लोगों का दिमाग इतने ज़्यादा खराब हो चुके हैं कि हम कुछ भी कर सकते हैं, चाहे सड़क पर भी मर सकते हैं, चाहे ट्रैक पे भी जाके मर सकते हैं, कुछ भी कर सकते हैं। घर में है कोई और? हमारे घर में कोई भी नहीं है कमाने वाले। मेरे देवर की भी मौत हो गई, मेरे पति की भी मौत हो गई है, मेरे बच्चे पढ़ने लिखने वाले थे तो आज सड़कों पे बैठे हैं, बेचारे सड़कों पे बैठे हैं। बताओ, जो बच्चे पढ़ने वाले तो पढ़ाई छोड़ के सड़कों पे बैठे हैं। ਕੈਪਟਨ ਸਰਕਾਰ ਆਪਣੇ ਵਾਅਦਿਆਂ ਅਤੇ ਆਪਣੇ ਮੰਤਰੀਆਂ ਦੀ ਭਾਸ਼ਾ ਸ਼ੈਲੀ ਨੂੰ ਲੈ ਕੇ ਕਸੂਤੀ ਕਿਰਦੀ ਜਾ ਰਹੀ ਹੈ। ਸਿੱਖਿਆ ਮੰਤਰੀ ਦੀ ਭੱਦੀ ਸ਼ਬਦਾਵਲੀ ਤੋਂ ਪਰੇਸ਼ਾਨ ਅਧਿਆਪਕਾਂ ਨੇ ਵੱਡੇ ਪੱਧਰ ਤੇ ਜੰਗ ਦਾ ਐਲਾਨ ਕਰ ਦਿੱਤਾ। ਦੇਖੋ ਰਿਪੋਰਟ। मुर्दाबाद मुर्दाबाद जिंदाबाद जिंदाबाद। पंजाब दे मौके दे हालातां नूं मद्देनज़र यह कहा जा सकदा कि कैप्टन साहब हुण लोकां दी नज़र च काफ़ी बुरे बन चुके ने, जिस दा कारण है कैप्टन साहब दे वादे तां आसमानी चढ़ाउण वाले कीते सी, पर पूरे करन समय वो अपने वादियां दा कायदा किते रख के भुल चुके ने, जिस दे कारण अज पंजाब दा हर वर्ग काफ़ी तंग परेशान हो सड़कों ते उतरिया होया ते कैप्टन साहब खिलाफ धरने ते धरना ठोक रहा। अजिही ही एक जंग लंबे समय तो बेरोजगार अध्यापकों वालों विढ़ी हुई है,
ਜੋ ਲੰਮੇ ਸਮੇਂ ਤੋਂ ਸੰਗਰੂਰ 'ਚ ਚੱਲ ਰਹੀ ਸੀ ਪਰ ਹੁਣ ਵੱਡੇ ਪੱਧਰ ਤੇ ਜਾ ਚੁੱਕੀ ਹੈ, ਕਿਉਂਕਿ ਜਿੱਥੇ ਪ੍ਰਦਰਸ਼ਨਕਾਰੀਆਂ ਤੇ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਕਾਫੀ ਤਸ਼ੱਦਦ ਕਰਵਾਏ ਗਏ, ਉੱਥੇ ਹੀ ਸਿੱਖਿਆ ਮੰਤਰੀ ਵੱਲੋਂ ਗਾਲੀ ਗਲੋਚ ਵੀ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਹੁਣ ਬਠਿੰਡਾ 'ਚ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਬਾਹਰ BA ਟੈਟ ਪਾਸ ਅਤੇ ETT ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਦਿਵਾਲਾ ਕੱਢਦਿਆਂ ਨਾਅਰੇਬਾਜ਼ੀ ਕੀਤੀ ਗਈ ਤੇ ਸਿੱਖਿਆ ਮੰਤਰੀ ਖਿਲਾਫ ਭੜਾਸ ਕੱਢੀ ਗਈ। ਦੇਖੋ। ਅੱਜ ਆਏ ਅਸੀਂ ਪਿਛਲੇ ਲੰਬੇ ਸਮੇਂ ਤੋਂ ਲਗਭਗ 3 ਮਹੀਨਿਆਂ ਤੋਂ ਅਸੀਂ ਪੱਕੇ ਮੋਰਚਾ ਲਾਈ ਸੰਗਰੂਰ ਦੇ ਵਿੱਚ ਬੈਠੇ ਹਾਂ ਜੀ। ਤੇ ਉਸ ਤੋਂ ਬਾਅਦ ਜਿਹੜਾ ਸਾਨੂੰ ਬਾਰ-ਬਾਰ ਮਤਲਬ ਸੁਝਾਅ ਦਿੱਤੇ ਜਾਂਦੇ ਨੇ, ਜਾਂ ਹੁਣ ਅਸੀਂ 24 ਨੂੰ ਜਾਂ 17 ਨੂੰ ਕੀਤਾ ਸੀ, ਉਸ ਤੋਂ ਬਾਅਦ ਸਾਨੂੰ ਇਹ ਕਿਹਾ ਗਿਆ ਵੀ 55% ਜਿਹੜੀ ਨੀਤੀ ਹੈ ਤੁਹਾਡੀ ਉਹ ਰੱਦ ਕੀਤੀ ਜਾਊਗੀ। ਪਰ ਪਿਛਲੇ ਸਮੇਂ ਦੇ ਵਿੱਚ 2 ਕੈਬਨਿਟ ਮੀਟਿੰਗਾਂ ਹੋ ਗਈਆਂ, ਉਹਦੇ ਵਿੱਚ ਸਾਡੀ ਕੋਈ ਵੀ ਇੱਦਾਂ ਦੀ ਗੱਲਬਾਤ ਨਹੀਂ ਕੀਤੀ ਗਈ, ਜਿਹਦੇ ਕਰਕੇ ਅਸੀਂ ਅਗਲਾ ਐਲਾਨ ਕੀਤਾ ਹੋਇਆ ਸੀ ਕਿ 15 ਦਸੰਬਰ ਨੂੰ ਅਸੀਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਾਂਗੇ। ਪਰ ਪਿਛਲੇ ਦਿਨਾਂ ਦੇ ਵਿੱਚ DPI ਵੱਲੋਂ, ਸਿੰਗਲਾ ਸਾਹਿਬ ਵੱਲੋਂ ਤੇ DC ਵੱਲੋਂ ਤੇ SDM ਸੰਗਰੂਰ ਵੱਲੋਂ ਬਾਰ-ਬਾਰ ਫੋਨ ਕਰਕੇ ਸਾਨੂੰ ਇਹ ਕਿਹਾ ਗਿਆ ਕਿ ਤੁਸੀਂ 15 ਵਾਲਾ ਜਿਹੜਾ ਐਕਸ਼ਨ ਹੈ ਉਹ ਡਿਲੇ ਕਰ ਲਓ, ਜਾਂ ਤੁਸੀਂ ਇਸ ਤਰੀਕੇ ਨੂੰ ਕਿਸੇ ਹੋਰ ਤਰੀਕੇ ਨਾਲ ਕਰ ਲਓ। ਅਸੀਂ 18 ਤਰੀਕ ਦੀ ਕੈਬਨਿਟ ਦੇ ਵਿੱਚ ਜਿਹੜਾ ਤੁਹਾਡਾ ਮਕਸਦ ਹੈ, ਜਿਹੜਾ ਅੱਗੇ ਤੁਹਾਡੀ ਮੰਗ ਹੈ, ਉਹ ਲੈ ਕੇ ਆ ਰਹੇ ਹਾਂ। ਕੈਬਨਿਟ ਦੇ ਵਿੱਚ ਜਿਹੜੀਆਂ ਤੁਹਾਡੀਆਂ ਮੁੱਖ ਮੰਗਾਂ ਨੇ, ਫੌਰੀ ਮੰਗ ਸਾਡੀ ਹੈਗੀ ਹੈ ਜੀ BA ਦੇ ਵਿੱਚ ਜਿਹੜੀ ਸਾਡੀ B.Ed ਦੇ ਉੱਤੇ 55% ਦੀ ਸ਼ਰਤ ਲਗਾਈ ਗਈ ਆ, ਤੇ ਉਸੇ ਤਰ੍ਹਾਂ ਹੀ ETT ਦੇ ਵਿੱਚ ਜਿਹੜੀ +2 ਤੋਂ ਬਾਅਦ BA ਦੀ ਸ਼ਰਤ ਲਗਾਈ ਗਈ ਆ, ਉਹ ਤੁਹਾਡੀਆਂ ਸ਼ਰਤਾਂ ਰੱਦ ਕਰ ਦਿੱਤੀਆਂ ਜਾਣਗੀਆਂ। ਤਾਂ ਇਸੇ ਉਮੀਦ ਦੇ ਨਾਲ ਸਾਨੂੰ ਉਹਨਾਂ ਨੇ ਕੱਲ੍ਹ ਕਿਹਾ ਸੀ ਕਿ ਵੀ ਸਭ ਦਾ ਬਦਲਾਅ ਕਰ ਲਓ 15 ਵਾਲੇ ਪ੍ਰੋਗਰਾਮ ਦਾ। ਤਾਂ ਅਸੀਂ ਇਸ ਬਦਲਾਅ ਦੇ ਵਿੱਚ ਅਸੀਂ ਪਰਸੋਂ ਹੀ ਭਰਾਤਰੀ ਜਥੇਬੰਦੀਆਂ ਦੇ ਨਾਲ ਮੀਟਿੰਗ ਸਾਂਝੀ ਕਰਕੇ ਇਹ ਐਲਾਨ ਕੀਤਾ ਗਿਆ ਕਿ ਅਸੀਂ 6 ਕੈਬਨਿਟ ਜਿਹੜੇ ਮਿਨਿਸਟਰ ਨੇਗੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵੱਲੋਂ ਮੰਗ ਪੱਤਰ ਕਰਾਂਗੇ। ਤਾਂ ਉਸੇ ਤਰੀਕੇ ਦੇ ਨਾਲ ਅਸੀਂ ਖਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਬਾਦਲ ਦੀ ਕੋਠੀ ਅੱਗੇ ਮੁਜ਼ਾਹਰਾ ਕਰਨ ਦੇ ਲਈ ਤੇ ਮੰਗ ਪੱਤਰ ਦੇਣ ਦੇ ਲਈ ਇੱਥੇ ਪਹੁੰਚੇ ਹਾਂ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਿੰਗਲਾ ਸਾਹਿਬ ਨੂੰ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਰੱਖੀ ਹੈ। ਦੇ ਪ੍ਰੋਟੈਸਟ ਦਾ ਕੋਈ ਇੱਕ ਕਾਰਨ ਨਹੀਂ ਜੀ, ਇਹ ਕਾਫੀ ਕਾਰਨ ਨੇ ਕਿ ਸਰਕਾਰ ਲਗਾਤਾਰ ਜਿਹੜੀ ਸਰਕਾਰ ਨੌਕਰੀਆਂ ਦਾ ਵਾਅਦਾ ਕਰਕੇ ਘਰ ਨੌਕਰੀ ਦਾ ਵਾਅਦਾ ਕਰਕੇ ਬਣੀ ਸੀ, ਉਹ ਸਰਕਾਰ ਸਾਡੀਆਂ ਸਾਰੀਆਂ ਯੋਗਤਾਵਾਂ ਜਿਹੜੀਆਂ ਅਸੀਂ ਕਲੀਅਰ ਕਰ ਚੁੱਕੇ ਹਾਂ, ਉਹਨਾਂ ਨੂੰ ਲਗਾਤਾਰ ਅੱਖੋਂ ਪਰੋਖੇ ਕਰ ਰਹੀ ਆ। ਤੇ ਪਿਛਲੇ 3 ਮਹੀਨਿਆਂ ਤੋਂ ਸਾਡਾ ਜਿਹੜਾ ਲਗਾਤਾਰ ਧਰਨਾ ਉਹ ਸੰਗਰੂਰ ਵਿਖੇ ਚੱਲ ਰਿਹਾ। ਪਿਛਲੇ ਦਿਨੀ ਸਿੱਖਿਆ ਮੰਤਰੀ ਨੇ ਗਾਲਾਂ ਸਾਨੂੰ ਕੱਢੀਆਂ, ਉਹ ਸਾਰੇ ਮੀਡੀਆ ਦੇ ਵਿੱਚ ਚੱਲੀਆਂ ਨੇ। ਉਸ ਤੋਂ ਬਾਅਦ 15 ਤਰੀਕ ਦੀ ਅਸੀਂ ਇੱਕ ਹੰਕਾਰ ਤੋੜ ਰੈਲੀ ਜਿਹੜੀ ਸੀ ਸੰਗਰੂਰ ਵਿਖੇ ਰੱਖੀ ਸੀ। ਸਰਕਾਰ ਨੇ ਥੋੜਾ ਭਰੋਸਾ ਦਿੱਤਾ ਕਿ ਸਾਡੇ ਤੇ ਵਿਸ਼ਵਾਸ ਕਰੋ, 2-3 ਦਿਨ ਦਾ ਸਾਨੂੰ ਸਮਾਂ ਦਿਓ। 18 ਤਰੀਕ ਦੀ ਕੈਬਨਿਟ ਦੇ ਮੀਟਿੰਗ ਦੀ ਜਿਹੜੀ ਗੱਲ ਕੀਤੀ ਗਈ ਹੈ, ਸਾਡੇ ਮੁੱਦੇ ਵਿਚਾਰਨ ਦੀ ਗੱਲ ਕੀਤੀ ਗਈ ਹੈ। ਉਸ ਸੰਬੰਧ ਦੇ ਵਿੱਚ ਅਸੀਂ ਜਿਹੜਾ ਕਿ ਮੁੱਖ ਮੰਤਰੀ ਨੇ ਜਿਹੜੇ ਸਾਡੇ ਖਜ਼ਾਨਾ ਮੰਤਰੀ, ਉਹਨਾਂ ਦੇ ਦਫ਼ਤਰ ਅੱਗੇ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਣ ਆਏ ਹਾਂ ਕਿ ਸਾਰੇ ਜਿੰਨੀ ਕੈਬਨਿਟ ਹੈ ਸਾਡੀਆਂ ਜਿਹੜੀਆਂ ਮੰਗਾਂ ਨੇ, ਹੱਕੀ ਮੰਗਾਂ ਨੇ ਜਿਹੜੀਆਂ, ਉਹਨਾਂ 'ਤੇ ਵਿਚਾਰ ਕਰਕੇ ਸਾਡੀ ਜਿਹੜੀ ਭਰਤੀ ਉਹ ਜਲਦੀ ਤੋਂ ਜਲਦੀ ਕੀਤੀ ਜਾਵੇ। ਜਿਹੜੀਆਂ ਬੇਲੋੜੀ ਦੀਆਂ ਸ਼ਰਤਾਂ ਜਿਹੜੀਆਂ ਤੁਸੀਂ ਲਾਈਆਂ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ। ਪਹਿਲਾਂ ਦੇ ਜਿੱਦਾਂ ਭਰਤੀ ਹੁੰਦੀ ਹੈ ਉਸੇ ਆਧਾਰ 'ਤੇ ਹੀ ਭਰਤੀ ਸਾਡੀ ਕੀਤੀ ਜਾਵੇ। ਕਿਹੜੀ ਮੁੱਖ ਮੰਗਾਂ ਨੇ ਸਾਡੀਆਂ? ਮੁੱਖ ਮੰਗਾਂ ਹੈਗੀਆਂ ਜੀ, ETT ਯੂਨੀਅਨ ਵੱਲੋਂ ਸਾਡੀ ਮੁੱਖ ਮੰਗ ਹੈ ਕਿ BA ਦੀ ਸ਼ਰਤ ਉਹਨਾਂ 'ਤੇ ਲਾਈ ਗਈ ਹੈ ਕਿ BA ਪਾਸ ਕਰਕੇ ਆਓ ਫਿਰ ਤੁਹਾਨੂੰ ਨੌਕਰੀ ਦੇਵਾਂਗੇ। ਜਿਹੜੀ ਕਿ ETT ਕਰਾਈ ਜਾਂਦੀ ਹੈ ਉਹ +2 ਬੇਸ 'ਤੇ ਕਰਾਈ ਜਾਂਦੀ ਹੈ। ਇਹ ਉਹਨਾਂ ਦੀ ਮੁੱਖ ਮੰਗ ਹੈ ਕਿ +2 ਬੇਸ 'ਤੇ ਹੀ ਭਰਤੀ ਕੀਤੀ ਜਾਵੇ। B.Ed ਦੀ ਕੀ ਹੈ ਕਿ ਟੈਟ ਪਾਸ ਅਸੀਂ ਕਰ ਚੁੱਕੇ ਹਾਂ, ਸਾਡੇ ਤੇ 55% ਦੀ ਨੀਤੀ ਜਿਹੜੀ ਉਹ ਲਾਗੂ ਕੀਤੀ ਜਾ ਰਹੀ ਆ। 55% ਦੀ ਥਾਂ ਤੇ ਜਿਵੇਂ ਸਾਨੂੰ B.Ed ਕਰਾਈ ਹੈ 45% ਤੇ 50% ਦੇ ਆਧਾਰ ਤੇ B.Ed ਕਰਾਈ, ਉਸੇ ਆਧਾਰ ਤੇ ਸਾਡੀ ਭਰਤੀ ਕੀਤੀ ਜਾਵੇ। ਤੇ ਸੈਕੰਡਲੀ ਆ ਕਿ ਜਲਦੀ ਤੋਂ ਜਲਦੀ ਪੋਸਟਾਂ ਦਾ ਜਿਹੜਾ ਹੈਗਾ ਇਸ਼ਤਿਹਾਰ ਉਹ ਜਾਰੀ ਕੀਤਾ ਜਾਵੇ, ਤਾਂ ਕਿ ਜਿਹੜੇ ਸਾਡੇ ਸਾਥੀ ਅੱਜ ਸੜਕਾਂ ਤੇ ਰੁਲ ਰਹੇ ਉਹ ਆਪਣੀਆਂ ਨੌਕਰੀਆਂ ਤੇ ਜਾਣ। ਬੀਤੇ ਦਿਨੀ ਫਰੀਦਕੋਟ 'ਚ ਹੋਈ ਗੈਂਗਸਟਰ ਕਾਲੀ ਦੀ ਹੱਤਿਆ ਦਾ ਖੁਲਾਸਾ ਕਰਦਿਆਂ ਫਰੀਦਕੋਟ ਪੁਲਿਸ ਨੇ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਗੈਂਗਸਟਰ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ। ਹੱਤਿਆ ਦਾ ਕਾਰਨ ਪੁਲਿਸ ਨੇ ਗੈਂਗਸਟਰ ਵੱਲੋਂ ਹਥਿਆਰੇ ਨਾਲ ਕੁੱਟਮਾਰ ਨੂੰ ਦੱਸਿਆ ਤੇ ਕਿਹਾ ਕਿ ਬਦਲਾ ਲੈਣ ਦੀ ਮਨਸ਼ਾ ਨਾਲ ਕਤਲ ਕੀਤਾ ਗਿਆ। कि उत्थे एक डैड बॉडी पई आ सिटी कोटकपूरा ਦੇ ਏਰੀਆ ਪੈਂਦਾ ਸੰਧਵਾ ਵਿਲੇਜ ਔਰ ਉੱਥੇ ਜਿਹੜੀ ਹੈਗੀ ਆ ਖੇਤਾਂ ਦੇ ਵਿੱਚ ਡੈਡ ਬੋਡੀ ਪਈ ਸੀ। ਅਣਪਛਾਤੀ ਇਹ ਡੈਡ ਬੋਡੀ ਸੀਗੀ ਔਰ ਉਹਦੇ ਬਾਅਦ ਅਸੀਂ ਮੁਕੱਦਮਾ ਜਿਹੜਾ ਹੈਗਾ ਇਸ ਸੰਬੰਧੀ ਮਰਡਰ ਦਾ ਦਰਜ ਕੀਤਾ, ਕਿਉਂਕਿ ਇਹਦੇ ਸਿਰ ਦੇ ਉੱਤੇ ਔਰ ਬੋਡੀ ਤੇ ਹੈਗੇ ਜਿਹੜੇ ਟੱਕ ਤੇ ਨਿਸ਼ਾਨ ਸੀ, ਮਰਡਰ ਸੀਗਾ। ਔਰ ਇਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਹੈਗਾ ਇਸ ਬੰਦੇ ਦੀ ਪਹਿਚਾਣ ਕੀਤੀ ਗਈ। ਇਹਦੇ ਵਾਰਸਾਂ ਦੇ ਜਦੋਂ ਪਤਾ ਲੱਗਿਆ ਸਾਨੂੰ ਅੱਗੇ ਇਨਵੈਸਟੀਗੇਸ਼ਨ 'ਚ, ਇਹ ਹੈਗਾ ਸੀਗਾ ਜੀ ਰਾਜਵਿੰਦਰ ਉਰਫ ਘਾਲੀ, ਫਰੀਦਕੋਟ ਦਾ ਹੈ। ਇਹਦੇ ਪੁਰਾਣੇ ਕਾਫੀ ਉੱਤੇ ਮੁਕੱਦਮੇ ਦਰਜ ਆ, ਕਈ ਕ੍ਰਾਈਮਸ ਦੇ ਵਿੱਚ ਇਨਵੋਲਵ ਰਿਹਾ ਹੈਗਾ ਇਹ।
ਤਾਂ ਉਹਦੇ ਇਹ ਬੰਦੇ ਦੀ ਜਦੋਂ ਆਇਡੈਂਟੀਫਿਕੇਸ਼ਨ ਹੋ ਗਈ ਤਾਂ ਫਿਰ ਉੱਤੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਜਿਹੜਾ ਮੁੰਡਾ ਵਿੱਕੀ ਕੁਮਾਰ ਉਰਫ ਚੇਲਾ ਹੈਗਾ, ਇਹਦੇ ਬਾਰੇ ਫਿਗਰ ਆਊਟ ਹੋਇਆ ਕਿ ਇਸ ਜਿਹੜਾ ਹੈਗਾ ਇਹਦੇ ਨਾਲ ਉਹ ਉਦਣ ਇਹ ਬਾਈਕ ਤੇ ਉੱਥੇ ਗਿਆ ਸੀ ਮੌਕੇ ਤੇ, ਤਾਂ ਇਸ ਮੁੰਡੇ ਨੇ ਜਿਹੜਾ ਹੈਗਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਹਦੇ ਵਿੱਚ ਅਸੀਂ ਜਦੋਂ ਫਰਦਰ ਇਨਵੈਸਟੀਗੇਸ਼ਨ 'ਚ ਚੀਜ਼ਾਂ ਸਾਹਮਣੇ ਆਈਆਂ, ਕੁਝ ਸਾਡੇ ਕੋਲ ਹੋਰ ਕਲੂਜ਼ ਮਿਲ ਗਿਆ ਸੀ ਮੌਕੇ ਤੋਂ ਇਹਦੀ ਬੰਦੇ ਦੀ ਉੱਥੇ ਪ੍ਰੈਜ਼ੈਂਸ ਦੇ ਬਾਰੇ। ਜਦੋਂ ਇਹਦੇ ਰੇਡ ਕੀਤਾ ਤਾਂ ਇਹ ਬੰਦਾ ਮਿਸਿੰਗ ਸੀਗਾ ਘਰੋਂ, ਤਾਂ ਅਸੀਂ ਫਰਦਰ ਇਨਵੈਸਟੀਗੇਸ਼ਨ 'ਚ ਇਹਨੂੰ ਬਾਅਦ ਦੇ ਵਿੱਚ ਜਦੋਂ ਅਸੀਂ ਅਰੈਸਟ ਕੀਤਾ ਤਾਂ ਸਾਰਾ ਜਿਹੜਾ ਕ੍ਰਾਈਮ ਦੇ ਬਾਰੇ ਡਿਟੇਲ ਜਿਹੜੀ ਇਹਦੀ ਪੁੱਛਗਿੱਛ ਕੀਤੀ, ਇਸ ਬੰਦੇ ਨੇ ਹੀ ਇਕੱਲੇ ਨੇ ਇਹਨੂੰ ਜਿਹੜਾ ਹੈਗਾ ਮਰਡਰ ਕੀਤਾ ਸੀਗਾ। ਔਰ ਇਹ ਜੇਲ੍ਹ ਦੇ ਵਿੱਚ ਵੀ ਸੀਗੇ ਰਹੇ, ਜੇਲ੍ਹ ਦੇ ਵਿੱਚ ਇਹਨਾਂ ਦਾ ਆਪਸੀ ਤਕਰਾਰ ਹੋਇਆ, ਤਕਰਾਰ ਹੋ ਕੇ ਇਹਨੂੰ ਕੁੱਟਿਆ ਗਿਆ ਸੀਗਾ ਉਹਦੇ ਵੱਲੋਂ, ਇਹਦੇ ਮਨ 'ਚ ਰੱਖੀ ਉਦੋਂ ਦੀ ਕਾਫੀ ਦੇਰ ਦੀ ਗੱਲ ਹੈਗੀ ਇਹ। ਔਰ ਇਹਦੇ ਬਾਅਦ 'ਚ ਇਹਦਾ ਬੋਲ ਬੁਲਾਰਾ ਵੀ ਆਪਸ ਮੂੰਹ ਜ਼ੁਬਾਨੀ ਇਹਨਾਂ ਦੀ ਆਪਸ ਗੱਲਬਾਤ ਠੀਕ ਚੰਗੀ ਸੀਗੀ। ਉਦੋਂ ਇਹਨੇ ਫਿਰ ਮੌਕਾ ਦੇਖ ਕੇ ਇਹਨੂੰ ਨਾਲ ਲੈ ਗਿਆ ਕੇ ਉੱਥੇ ਜਿਹੜਾ ਹੈਗਾ ਬਹਾਨੇ ਦੇ ਨਾਲ ਉੱਥੇ ਮੋਟਰਸਾਈਕਲ 'ਤੇ ਜਾ ਕੇ ਮੌਕੇ ਦੇ ਉੱਤੇ ਇਹਦੇ ਜਿਹੜੇ ਹੈਗੇ ਆ ਸੱਟਾਂ ਮਾਰ ਕੇ ਕਾਪਾ ਸੀਗਾ ਇਹਦਾ, ਕਾਪਾ ਵੀ ਅਸੀਂ ਮੋਟਰਸਾਈਕਲ ਵੀ ਰਿਕਵਰ ਕਰ ਲਿਆ, ਕਾਪਾ ਵੀ ਮਿਲ ਗਿਆ ਔਰ ਇਹਦੇ 'ਚ ਇਹ ਬੰਦੇ ਦੀ ਅਰੈਸਟ ਕਰ ਲਈ। ਫਰਦਰ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਚੱਲਦੀ ਪਈ ਆ। ਇਹ ਵੀ ਆਪ ਜਿਹੜਾ ਹੈਗਾ ਕ੍ਰਿਮੀਨਲ ਕਿਸਮ ਦਾ ਬੰਦਾ ਆ, ਇਹ 'ਤੇ ਵੀ ਪਹਿਲਾਂ ਮੁਕੱਦਮੇ ਦਰਜ ਆ ਔਰ ਹੁਣ ਵੀ ਸ਼ਾਇਦ ਇਹ ਇੱਕ ਮੁਕੱਦਮੇ 'ਚ ਆਰਮਸ ਐਕਟ ਦਾ ਮੁਕੱਦਮਾ ਹੈਗਾ 16 ਦਾ, ਜਿਹਦੇ 'ਚ ਇਹ ਭਗੌੜਾ ਹੈ ਬਠਿੰਡੇ ਦਾ, ਇਹ ਜਿਹੜਾ ਬੰਦਾ ਅਸੀਂ ਫੜਿਆ ਵਿੱਕੀ ਚੇਲਾ। ਔਰ ਇਹ ਜਿਹੜਾ ਹੈਗਾ ਆ ਇਹਦੇ ਵਿੱਚ ਜਿਹੜੇ ਵੈਪਨ ਯੂਜ਼ ਕੀਤਾ ਗਿਆ ਔਰ ਮੋਟਰਸਾਈਕਲ ਹੈਗਾ ਉਹ ਰਿਕਵਰ ਕਰ ਲਿਆ ਗਿਆ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾਤਰੀਨ ਖਬਰਾਂ ਲਈ ਦੇਖਦੇ ਰਹੋ ਚੱਕ ਤੇ ਟੀਵੀ। ਸਤਿ ਸ਼੍ਰੀ ਅਕਾਲ। ਚੱਕ ਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।